ਪਾਠ 11 ਮੁਗਲ ਸਾਮਰਾਜ। ਇਸ ਤੋਂ ਪਹਿਲਾਂ ਅਸੀਂ ਕੀਤਾ ਸੀਗਾ ਦਿੱਲੀ ਸਲਤਨਤ ਬਾਰੇ ਅਤੇ 1526 ਵਿੱਚ ਪਾਣੀਪਤ ਦੀ ਲੜਾਈ ਹੋਈ ਸੀ ਪਹਿਲੀ, ਫਸਟ ਬੈਟਲ ਆਫ ਪਾਣੀਪਤ। ਪਾਣੀਪਤ ਹੈਗਾ ਵਰਤਮਾਨ ਸਮੇਂ ਭਾਰਤ ਦੇ ਹਰਿਆਣਾ ਵਿੱਚ। ਤਾਂ 1526 ਦੇ ਵਿੱਚ ਇੱਕ ਲੜਾਈ ਹੋਈ ਸੀਗੀ 21 ਅਪ੍ਰੈਲ 1526 ਨੂੰ, ਅਤੇ ਜਿਸ ਦੇ ਵਿੱਚ ਜਿੱਤ ਹੋਈ ਸੀ ਬਾਬਰ ਦੀ, ਅਤੇ ਬਾਬਰ ਨੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ ਅਤੇ ਦਿੱਲੀ ਸਲਤਨਤ ਦਾ ਖਾਤਮਾ ਕੀਤਾ ਸੀ। 15ਵੀਂ ਸਦੀ ਵਿੱਚ ਭਾਰਤੀ ਉਪ ਮਹਾਂਦੀਪ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਣੀ ਪ੍ਰਭੂਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ ਸਨ। ਪ੍ਰਭੂਸੱਤ ਹੁੰਦਾ ਗਾ ਭਾਵ ਕਿਸੇ ਨੂੰ ਆਪਣੇ ਅਧੀਨ ਕਰਨਾ। ਪ੍ਰਭੂ ਅਸੀਂ ਕਹਿੰਦੇ ਹਾਂ ਪਰਮਾਤਮਾ, ਸਭ ਤੋਂ ਉੱਪਰ ਸੱਤਾ ਹੁੰਦੀ ਹੈ ਸ਼ਕਤੀ, ਭਾਵ ਵੀ ਸਾਰੀ ਸ਼ਕਤੀ ਮੇਰੇ ਕੋਲ ਹੋਵੇ। ਦਿੱਲੀ ਸਲਤਨਤ ਦੇ ਆਖਰੀ ਸੁਲਤਾਨ ਇਬਰਾਹਿਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਨ ਲੋਧੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਦੇ ਪੁੱਤਰ ਦਿਲਾਵਰ ਖਾਨ ਦਾ ਅਪਮਾਨ ਕੀਤਾ ਸੀ ਦਿੱਲੀ 'ਚ ਬੁਲਾ ਕੇ। ਇਸ ਕਰਕੇ ਦੌਲਤ ਖਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਦੌਲਤ ਖਾਨ ਲੋਧੀ ਪੰਜਾਬ ਦਾ ਸੂਬੇਦਾਰ ਸੀ ਅਤੇ ਮੇਵਾੜ ਦਾ ਸ਼ਾਸਕ ਸੀਗਾ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾਇਆ ਸੀ। ਤਾਂ ਮੁਗਲ ਕੌਣ ਸਨ? ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਇਹਨਾਂ ਨੇ ਭਾਰਤ ਦੀ ਧਨ ਦੌਲਤ ਬਾਰੇ ਸੁਣਿਆ ਸੀ। ਉਹ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਭਾਰਤ 'ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕੀਤੇ। ਨਤੀਜੇ ਵਜੋਂ 1526 ਈਸਵੀ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ 21 ਅਪ੍ਰੈਲ 1526 ਪ੍ਰੋਪਰ ਡੇਟ ਹੈਗੀ 21 ਅਪ੍ਰੈਲ 1526 ਨੂੰ ਬਾਬਰ ਨੇ ਇਬਰਾਹਿਮ ਲੋਧੀ ਨੂੰ ਫਸਟ ਬੈਟਲ ਆਫ ਪਾਣੀਪਤ ਵਿੱਚ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ। ਜੋ ਪਾਣੀਪਤ ਦੀਆਂ 3 ਲੜਾਈਆਂ ਹੋਈਆਂ ਸਨ, ਪਹਿਲੀ ਬਾਬਰ ਦੀ, ਅਕਬਰ ਦੀ, ਫਿਰ ਅਹਿਮਦ ਸ਼ਾਹ ਅਬਦਾਲੀ ਹੋਰੀ। ਅੱਗੇ ਅਸੀਂ ਕਰਾਂਗੇ। ਤਾਂ ਤਿੰਨੇ ਲੜਾਈਆਂ ਨੇ ਪਹਿਲੇ ਸਾਮਰਾਜ ਦਾ ਤਖਤਾ ਪਲਟਿਆ। ਤਾਂ ਅਸੀਂ ਕੀਤਾ ਸੀ 1221 ਈਸਵੀ ਵਿੱਚ ਇਲਤੁਤਮਿਸ ਨੇ ਚੰਗੇਜ਼ ਖਾਨ ਦੀ ਅਗਵਾਈ ਵਿੱਚ ਭਾਰਤ ਨੂੰ ਮੰਗੋਲਾਂ ਦੇ ਹਮਲਿਆਂ ਤੋਂ ਬਚਾਇਆ ਸੀ। ਇਹ ਉਹੀ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ ਮੁਗਲ। ਜੋ ਮੰਗੋਲ ਸੀਗਾ, ਮੰਗੋਲ ਚੰਗੇਜ਼ ਖਾਨ ਉਸਦੇ ਹੀ ਵਿੱਚੋਂ ਇਹ ਖਾਨਦਾਨ ਦੇ ਵਿੱਚੋਂ ਸਨ, ਉੱਤਰਾਧਿਕਾਰੀ ਸਨ ਇਹ ਮੁਗਲ। ਤਾਂ ਮੁਗਲ ਖਾਨ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਮੁਗਲ ਚੰਗੇਜ਼ ਖਾਨ, ਮੰਗੋਲ ਸ਼ਾਸਕ ਚੰਗੇਜ਼ ਖਾਨ ਦੇ ਉੱਤਰਾਧਿਕਾਰੀ ਸਨ। ਇਹ ਕਰ ਲਿਓ। ਫਿਰ ਮੁਗਲ ਬਾਦਸ਼ਾਹ ਦੀ ਲੜੀ ਬਾਬਰ। ਜੋ ਬਾਬਰ ਸੀ ਇਸਨੇ ਰਾਜ ਕੀਤਾ 1526 ਤੋਂ 1530 ਈਸਵੀ ਤੱਕ। ਫਿਰ ਬਾਬਰ ਤੋਂ ਬਾਅਦ ਇਸ ਦਾ ਪੁੱਤਰ ਸੀਗਾ ਹਿਮਾਯੂ। ਇਹਨੇ 1530 ਤੋਂ ਲੈ ਕੇ 1540 ਤੱਕ। ਫਿਰ ਇਹ ਹਾਰ ਗਿਆ ਸੀ। ਫਿਰ ਦੁਬਾਰਾ ਇਸ ਨੇ 1555 ਤੋਂ ਲੈ ਕੇ 1556 ਤੱਕ ਰਾਜ ਕੀਤਾ ਸੀ। ਉਸ ਤੋਂ ਬਾਅਦ ਇਸ ਦਾ ਪੁੱਤਰ ਸੀ ਅਕਬਰ। ਉਸਨੇ 1556 ਤੋਂ ਲੈ ਕੇ 1605 ਈਸਵੀ ਤੱਕ। ਇਹ ਯਾਦ ਕਰਨੇ ਪੈਣਗੇ ਸਾਰੇ। ਬਾਬਰ 1526 ਤੋਂ ਲੈ ਕੇ 1530 ਤੱਕ, ਠੀਕ ਹੈ ਜੀ। ਫਿਰ ਉਸ ਦਾ ਪੁੱਤਰ ਸੀਗਾ ਹਿਮਾਯੂ ਜਾਂ ਹਿਮਾਯੂ। ਉਸਨੇ 2 ਵਾਰ ਰਾਜ ਕੀਤਾ, 1530 ਤੋਂ ਲੈ ਕੇ 1540 ਤੱਕ, ਫਿਰ 1555 ਤੋਂ ਲੈ ਕੇ 1556 ਤੱਕ। ਫਿਰ ਅਕਬਰ ਆ ਗਿਆ। ਅਕਬਰ ਨੇ ਕੀਤਾ ਸੀ 1556 ਤੋਂ ਲੈ ਕੇ 1605 ਤੱਕ। ਫਿਰ ਅਕਬਰ ਦਾ ਅਗਾਂਹ ਪੁੱਤਰ ਸੀ ਜਹਾਂਗੀਰ। ਜਹਾਂਗੀਰ ਨੇ 1605 ਤੋਂ ਲੈ ਕੇ 1627 ਤੱਕ। ਫਿਰ ਸ਼ਾਹਜਹਾਂ ਨੇ ਕੀਤਾ ਸੀਗਾ 1628 ਤੋਂ ਲੈ ਕੇ 1657 ਈਸਵੀ ਤੱਕ। ਫਿਰ ਉਸ ਤੋਂ ਬਾਅਦ ਉਸ ਦਾ ਪੁੱਤਰ ਆ ਗਿਆ ਸੀਗਾ ਔਰੰਗਜ਼ੇਬ। ਇਸ ਨੇ 1658 ਤੋਂ ਲੈ ਕੇ 1707 ਈਸਵੀ ਤੱਕ ਰਾਜ ਕੀਤਾ ਸੀਗਾ। ਜੇ ਅਸੀਂ ਅੱਗੇ ਇਹ ਸਾਰੇ ਮੁਗਲ ਬਾਦਸ਼ਾਹ ਬਾਰੇ ਕਰਨਾ, ਕਈ ਵਾਰੀ ਕੁਐਸਚਨ ਆ ਜਾਂਦਾ ਇਹਨਾਂ ਵਿੱਚੋਂ ਅਹਿਮ। ਤਾਂ ਦੇਖੋ, ਇੱਕ ਤਰੀਕਾ ਯਾਦ ਕਰਨ ਦਾ, ਭਾਜੀ ਸਬਜ਼ੀ ਭਾਜੀ ਭਾਜੀ ਦਾ ਪਹਿਲਾਂ ਬੀ ਤੋਂ ਬਣ ਗਿਆ ਬਾਬਰ 1526 ਤੋਂ ਲੈ ਕੇ 1530 ਤੱਕ। ਫਿਰ ਐਚ 'ਤੇ ਬਣ ਗਿਆ ਹਿਮਾਯੂ 1530 ਤੋਂ ਲੈ ਕੇ 1540। ਫਿਰ 1555 ਤੋਂ ਲੈ ਕੇ 1556 ਤੱਕ। ਫਿਰ ਅਕਬਰ ਰਿਹਾ 1556 ਤੋਂ ਲੈ ਕੇ 1605 ਤੱਕ। ਫਿਰ JI 'ਤੇ ਬਣ ਗਿਆ ਜਹਾਂਗੀਰ 1605 ਤੋਂ ਲੈ ਕੇ 1627 ਤੱਕ। ਫਿਰ ਸਬਜ਼ੀ ਤੋਂ ਪਹਿਲਾਂ ਸ਼ਾਹਜਹਾਨ 1628 ਤੋਂ ਲੈ ਕੇ 1657 ਤੱਕ। ਫਿਰ A ਤੋਂ ਔਰੰਗਜ਼ੇਬ 1658 ਤੋਂ ਲੈ ਕੇ 1707 ਤੱਕ।
ਦੇਖੋ ਜੀ ਇਹ ਮੇਨ ਰਹੇ ਨੇ ਅਤੇ ਇਹਨਾਂ ਦੇ ਇਹ ਮੁੱਖ ਹੋਏ ਨੇ। ਇਸ ਤੋਂ ਬਾਅਦ ਹੋਰ ਵੀ ਹੋਏ ਨੇ ਇਹਨਾਂ ਦੇ, ਪਰ ਉਹ ਇੰਨੇ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ। ਤਾਂ ਭਾਜੀ ਬੀਤੇ ਬਾਬਰ 1526 ਤੋਂ ਲੈ ਕੇ 1530 ਤੱਕ। ਫਿਰ ਉਸ ਦਾ ਪੁੱਤਰ ਸੀ ਹਿਮਾਯੂ 1530 ਤੋਂ ਲੈ ਕੇ 1540, 1555 ਤੋਂ ਲੈ ਕੇ 1556। ਫਿਰ ਅਕਬਰ 1556 ਤੋਂ ਲੈ ਕੇ 1605। ਫਿਰ ਜੇ ਆਈ ਤੋਂ ਜਹਾਂਗੀਰ 1605 ਤੋਂ ਲੈ ਕੇ 1627। ਫਿਰ ਸਬਜੀ ਸ਼ਾਹਜਹਾਨ 1628 ਤੋਂ ਲੈ ਕੇ 1657। ਫਿਰ ਔਰੰਗਜ਼ੇਬ 1658 ਤੋਂ ਲੈ ਕੇ 1707 ਤੱਕ। ਇਹ ਮੇਨ ਹੋਏ ਨੇਗੇ। ਫਿਰ ਉਸ ਤੋਂ ਬਾਅਦ ਵੀਹ 'ਤੇ ਬਣ ਗਿਆ ਬਹਾਦਰ ਸ਼ਾਹ ਪਹਿਲਾ। ਬਹਾਦਰ ਸ਼ਾਹ ਪਹਿਲਾ ਤਾਂ 1707 ਤੋਂ ਲੈ ਕੇ 1712 ਤੱਕ। ਫਿਰ ਜੇ 'ਤੇ ਬਣ ਗਿਆ ਜਹਾਦਰ ਸ਼ਾਹ। ਜੇ ਆਈ ਤੋਂ ਫਿਰ ਉਹੀ ਜੇ ਆਈ ਇਕੱਠਾ ਹੀ ਪੈਂਦਾ ਗਾ ਭਾਜੀ 'ਚ ਵੀ ਸਬਜ਼ੀ 'ਚ ਵੀ। ਤਾਂ ਜਹਾਦਰ ਸ਼ਾਹ ਇਹ 1712 ਤੋਂ ਲੈ ਕੇ 1713 ਤੱਕ। ਫਿਰ ਫੋਰ ਤੋਂ ਪੂਰਾ ਬਣ ਗਿਆ ਫਰੁਖਸ਼ੀਅਰ 1713 ਤੋਂ ਲੈ ਕੇ 1719 ਤੱਕ। 1713 ਤੋਂ ਲੈ ਕੇ 1719 ਤੱਕ ਫਰੁਖਸ਼ੀਅਰ ਨੇ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਾਇਆ ਸੀਗਾ। ਇਹ ਇਸ ਦੇ ਨਾਲ ਸੰਬੰਧਿਤ ਹੈਗਾ। ਫਿਰ ਫੋਰ ਤੋਂ ਪੂਰਾ ਬਣ ਗਿਆ ਫਰੁਖਸ਼ੀਅਰ 1713 ਤੋਂ ਲੈ ਕੇ 1719 ਤੱਕ। ਫਿਰ ਮਾਂ ਸਾਹਿਬ ਭਾਜੀ ਸਬਜੀ ਫੋਰ ਮਾਂ ਸਾਹਿਬ। ਅਤੇ ਐਮ 'ਤੇ ਬਣ ਗਿਆ ਮੁਹੰਮਦ ਸ਼ਾਹ। ਇਹਨੂੰ ਮੁਹੰਮਦ ਸ਼ਾਹ ਰੰਗੀਲਾ ਵੀ ਕਿਹਾ ਜਾਂਦਾ ਗਾ। 1719 ਤੋਂ ਲੈ ਕੇ 1748 ਤੱਕ। ਅਤੇ ਮੁਹੰਮਦ ਸ਼ਾਹ ਦੇ ਸਮੇਂ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ 1739 ਦੇ ਵਿੱਚ, ਅਤੇ ਉਹ ਕੋਹੀਨੂਰ ਹੀਰਾ ਈਰਾਨ ਦੇ ਵਿੱਚ ਲੈ ਗਿਆ ਸੀ। ਇਸ ਦੇ ਨਾਲ ਸੰਬੰਧਿਤ ਗੱਲ ਆ। ਮੁਹੰਮਦ ਸ਼ਾਹ ਰੰਗੀਲਾ ਵੀ ਕਿਹਾ ਜਾਂਦਾ। 1719 ਤੋਂ ਲੈ ਕੇ 1748 ਤੱਕ। ਤਾਂ 1739 ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ ਭਾਰਤ ਉੱਤੇ, ਅਤੇ ਕੋਹੀਨੂਰ ਹੀਰੇ ਨੂੰ ਉਹ ਕਿੱਥੇ ਲੈ ਗਿਆ ਸੀਗਾ? ਉਹ ਈਰਾਨ ਦੇ ਵਿੱਚ ਲੈ ਗਿਆ ਸੀ। ਫਿਰ ਮਾਂ ਤਾਂ ਏ 'ਤੇ ਆ ਗਿਆ ਅਹਿਮਦ ਸ਼ਾਹ। ਫਿਰ 1748 ਤੋਂ ਲੈ ਕੇ 1754 ਤੱਕ। ਫਿਰ ਏ 'ਤੇ ਆਲਮਗੀਰ। ਫਿਰ ਪਹਿਲਾਂ ਅਹਿਮਦ ਸ਼ਾਹ ਅਤੇ ਅਹਿਮਦ ਸ਼ਾਹ ਫਿਰ ਆਲਮਗੀਰ 1748 ਤੋਂ ਲੈ ਕੇ 1754 ਤੱਕ। ਫਿਰ ਆਲਮਗੀਰ ਵਿੱਚ ਜੇਕਰ ਅਸੀਂ ਅਹਿਮਦ ਸ਼ਾਹ ਅਤੇ ਆਲਮਗੀਰ ਦੇਖੀਏ ਤਾਂ AH ਤਾਂ ਅਲਫਾਬੈਟੀਕਲ AHM, ਤਾਂ ਆਲਮਗੀਰ ਦੇ ਵਿੱਚ AL। ਤਾਂ ਅਹਿਮਦ ਸ਼ਾਹ ਦੀ H ਪਹਿਲਾਂ ਆਉਂਦੀ ਆ, L ਬਾਅਦ 'ਚ ਆਉਂਦੀ ਆ। ਤਾਂ ਅਹਿਮਦ ਸ਼ਾਹ ਪਹਿਲਾਂ ਆਊਗਾ ਅਤੇ ਆਲਮਗੀਰ ਬਾਅਦ ਦੇ ਵਿੱਚ ਆਊਗਾ। ਤਾਂ ਅਹਿਮਦ ਸ਼ਾਹ 1748 ਤੋਂ ਲੈ ਕੇ 1754 ਤੱਕ। ਫਿਰ ਆਲਮਗੀਰ ਇਹ ਰਿਹਾ 1754 ਤੋਂ ਲੈ ਕੇ 1759 ਤੱਕ। ਫਿਰ ਆ ਗਿਆ ਸੀਗਾ ਸਾਹਿਬ ਸ਼ਾਹਜਹਾਨ ਦੂਜਾ 1759 ਤੋਂ ਲੈ ਕੇ 1806 ਤੱਕ। 1759 ਤੋਂ ਲੈ ਕੇ 1806 ਤੱਕ। ਠੀਕ ਹੈ ਜੀ। ਫਿਰ ਵੈਸੇ ਇੱਕ ਗੱਲ ਕਨਫਿਊਜ਼ਨ ਆ ਗਈ। ਦੇਖੋ ਜਿਹੜਾ ਪਹਿਲਾਂ ਸ਼ਾਹਜਹਾਨ ਕੀਤਾ ਅਸੀਂ ਨੇ ਉਹ 1628 ਤੋਂ ਲੈ ਕੇ 1657 ਤੱਕ ਸੀਗਾ। ਭਾਵ 57 ਦੇ ਵਿੱਚ ਇਹਦਾ ਖਾਤਮਾ ਹੋ ਗਿਆ ਸੀਗਾ। ਅਤੇ ਪਰ ਜਿਹੜਾ ਇਹ ਸ਼ਾਹਜਹਾਨ ਦੂਜਾ ਗਾ ਉਹ ਜੇਕਰ ਯਾਦ ਰੱਖੀਏ ਪੂਰਾ 100 ਸਾਲ 1628 ਤੋਂ ਲੈ ਕੇ 1657 ਤੱਕ। 1628 ਤੋਂ ਲੈ ਕੇ 1657 ਤੱਕ। ਅਤੇ ਲਗਭਗ 100 ਸਾਲ ਬਾਅਦ ਫਿਰ ਰਿਪੀਟ ਹੋਇਆ ਸ਼ਾਹਜਹਾਨ ਦੂਜਾ। ਉਹ 1657 ਤੱਕ ਸੀਗਾ। ਅਤੇ ਇਹ ਹੋ ਗਿਆ 1759 ਤੋਂ ਲੈ ਕੇ 1806 ਤੱਕ। ਫਿਰ ਅਕਬਰ ਦੂਜਾ 1806 ਤੋਂ ਲੈ ਕੇ 1837 ਤੱਕ। ਫਿਰ 'ਤੇ ਬਹਾਦਰ ਸ਼ਾਹ ਜ਼ਫਰ 1837 ਤੋਂ ਲੈ ਕੇ 1857। ਇਹ ਪਹਿਲਾ ਮੁਗਲ ਬਾਦਸ਼ਾਹ ਹੋਇਆ ਜਿਹਨੇ ਭਾਰਤੀਆਂ ਦਾ ਸਾਥ ਦਿੱਤਾ ਸੀ। 1857 ਈਸਵੀ ਦਾ ਵਿਦਰੋਹ ਹੋਇਆ ਸੀਗਾ। ਉੱਥੇ ਬਹਾਦਰ ਸ਼ਾਹ ਜ਼ਫਰ ਜਾਂ ਬਹਾਦਰ ਸ਼ਾਹ ਦੂਜਾ, ਤਾਂ ਇਸ ਨੂੰ ਕ੍ਰਾਂਤੀਕਾਰੀਆਂ ਨੇ ਜੋ ਵਿਦਰੋਹੀ ਸੀ ਉਹਨਾਂ ਨੇ ਆਪਣਾ ਨੇਤਾ ਬਣਾਤਾ ਸੀਗਾ, ਅਤੇ ਲਾਲ ਕਿਲ੍ਹੇ ਦੇ ਵਿੱਚ ਇਹਨੂੰ ਐਂਟਰੀ ਕਰਾਤੀ ਸੀ। ਇਸ ਤਰ੍ਹਾਂ ਇਹ ਸਾਰੇ ਦੇ ਸਾਰੇ ਮੁਗਲ ਬਾਦਸ਼ਾਹ ਹੋਏ ਨੇ। ਤੁਸੀਂ ਇੱਕ ਟ੍ਰਿਕ ਦੇ ਰਾਹੀਂ ਯਾਦ ਕਰ ਸਕਦੇ ਹੋ। ਦੁਬਾਰਾ ਦੇਖ ਲਓ। ਭਾਜੀ ਸਬਜੀ ਫੋਰ ਮਾਂ ਸਾਹਿਬ। ਅਤੇ ਜੇਕਰ ਅਸੀਂ ਮੈਥ ਕਰ ਦਿਆਂਗੇ
ਤਾਂ ਮੈਥ ਦੇ ਵਿੱਚ ਹੁੰਦਾ ਗਾ ਮੰਮਾ ਸੱਸਾ ਵਾਵਾ, ਤਾਂ ਮਾਂ ਸਾ ਬਾ, ਮਾਂ ਸਭ। ਤਾਂ ਬੀ 'ਤੇ ਹੋ ਗਿਆ ਬਾਬੁਰ 1526 ਤੋਂ ਲੈ ਕੇ 1530 ਤੱਕ। ਐਚ 'ਤੇ ਹੋ ਗਿਆ ਹਮਿਊ 1530 ਤੋਂ 1540 ਤੱਕ ਅਤੇ 1555 ਤੋਂ ਲੈ ਕੇ 1556 ਤੱਕ। ਏ 'ਤੇ ਹੋ ਗਿਆ ਅਕਬਰ 1556 ਤੋਂ ਲੈ ਕੇ 1605 ਤੱਕ। ਜੇ 'ਤੇ ਹੋ ਗਿਆ ਜਹਾਂਗੀਰ 1605 ਤੋਂ ਲੈ ਕੇ 1627 ਤੱਕ। ਫਿਰ ਹੋ ਗਿਆ ਸ਼ਾਹਜਹਾਨ 1628 ਤੋਂ ਲੈ ਕੇ 1657 ਤੱਕ। 1628 ਤੋਂ ਲੈ ਕੇ 1657 ਤੱਕ। ਜੋ ਜਹਾਂਗੀਰ ਸੀਗਾ, ਜਹਾਂਗੀਰ ਨੇ ਸਾਡੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ ਸੀ। ਤਾਂ ਫਿਰ ਸ਼ਾਹਜਹਾਨ ਬਣਿਆ ਸੀਗਾ 1628 ਤੋਂ ਲੈ ਕੇ 1657 ਤੱਕ। ਸ਼ਾਹਜਹਾਨ ਤੋਂ ਬਾਅਦ ਆ ਗਿਆ ਸੀਗਾ ਔਰੰਗਜ਼ੇਬ 1658 ਤੋਂ ਲੈ ਕੇ 1707 ਤੱਕ। ਇੱਥੇ ਤੱਕ ਮੇਨ ਸੀਗੇ। ਫਿਰ ਬਹਾਦਰ ਸ਼ਾਹ ਰਿਹਾ ਸੀ 1607 ਤੋਂ ਲੈ ਕੇ 1707 ਤੋਂ ਲੈ ਕੇ 1712 ਤੱਕ। ਫਿਰ ਜਹਾਦਰ 1 ਸਾਲ ਰਿਹਾ 1712 ਤੋਂ 1713 ਤੱਕ। ਫਿਰ ਫੋਰ 'ਤੇ ਬਣ ਗਿਆ ਫਰੁਖਸ਼ੀਅਰ ਰਿਹਾ ਸੀਗਾ 1713 ਤੋਂ ਲੈ ਕੇ 1719 ਤੱਕ। 1713 ਤੋਂ ਲੈ ਕੇ 1719 ਤੱਕ। ਫਿਰ ਐਮ 'ਤੇ ਫਿਰ ਆ ਗਿਆ ਸੀ ਮੁਹੰਮਦ ਸ਼ਾਹ। ਇਹ ਲੰਬਾ ਸਮਾਂ ਰਿਹਾ 1719 ਤੋਂ ਲੈ ਕੇ 1748 ਤੱਕ। ਇਹਦੇ ਸਮੇਂ 1739 ਈਸਵੀ ਵਿੱਚ ਨਾਦਰ ਸ਼ਾਹ ਨੇ ਹਮਲਾ ਕੀਤਾ ਸੀ ਅਤੇ ਦਿੱਲੀ ਨੂੰ ਲੁੱਟ ਕੇ ਲੈ ਗਿਆ ਸੀ ਅਤੇ ਕੋਹਿਨੂਰ ਹੀਰਾ ਉਹ ਈਰਾਨ ਦੇ ਵਿੱਚ ਲੈ ਗਿਆ ਸੀ। ਫਿਰ ਆ ਗਿਆ ਅਹਿਮਦ ਸ਼ਾਹ 1748 ਤੋਂ ਲੈ ਕੇ 1754 ਤੱਕ। ਫਿਰ ਆਲਮਗੀਰ 54 ਤੋਂ 59 ਤੱਕ। ਫਿਰ ਸ਼ਾਹਜਹਾਨ ਦੂਜਾ 1759 ਤੋਂ ਲੈ ਕੇ 1806 ਤੱਕ। ਫਿਰ ਅਕਬਰ ਦੂਜਾ 1806 ਤੋਂ ਲੈ ਕੇ 1837 ਤੱਕ। ਫਿਰ ਬਹਾਦਰ ਸ਼ਾਹ ਜ਼ਫਰ ਜਾਂ ਬਹਾਦਰ ਸ਼ਾਹ ਦੂਜਾ 1837 ਤੋਂ ਲੈ ਕੇ 1857 ਈਸਵੀ ਤੱਕ। ਇਹ ਸਾਰੇ ਸਾਨੂੰ ਮੁਗਲ ਬਾਦਸ਼ਾਹ ਜਿਹੜੇ ਤੁਸੀਂ ਯਾਦ ਕਰ ਸਕਦੇ ਹੋ। ਤਾਂ ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ, ਜਿਵੇਂ ਕਿ ਕੀਤਾ ਸੀ 1526 ਈਸਵੀ ਤੋਂ ਲੈ ਕੇ 1530 ਈਸਵੀ ਤੱਕ ਰਾਜ ਕੀਤਾ। ਉਹ ਦੌਲਤ ਖਾਨ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ 'ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ। ਜੋ ਬਾਬਰ ਸੀ ਉਹ ਕਾਬੁਲ ਦਾ ਸ਼ਾਸਕ ਸੀ। ਦੌਲਤ ਖਾਨ ਲੋਧੀ ਜੋ ਉਸ ਸਮੇਂ ਪੰਜਾਬ ਦਾ ਸੂਬੇਦਾਰ ਸੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ 'ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ। ਤਾਂ ਬਾਬਰ ਦੀਆਂ ਜਿੱਤਾਂ, ਤਾਂ ਬਾਬਰ ਉੱਤਰ ਪੱਛਮੀ ਵਾਲੇ ਪੰਜਾਬ ਵਾਲੇ ਪਾਸਿਓਂ ਆਇਆ ਸੀ। ਸਭ ਤੋਂ ਪਹਿਲਾਂ ਉਹਨੇ ਪੰਜਾਬ ਦੇ ਵਿੱਚ ਪ੍ਰਵੇਸ਼ ਕੀਤਾ ਸੀ। ਤਾਂ 21 ਅਪ੍ਰੈਲ 1526 ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਕਰ ਲਿਆ ਸੀ। ਕਿਉਂਕਿ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਜੋ ਰਾਣਾ ਸਾਂਗਾ ਸੀ ਉਸ ਨੂੰ ਤਾਂ ਇਹ ਸੀਗਾ ਕਿ ਉਹ ਇਬਰਾਹਿਮ ਲੋਧੀ ਨੂੰ ਹਰਾ ਕੇ ਵਾਪਸ ਚਲਾ ਜਾਵੇਗਾ, ਇਬਰਾਹਿਮ ਲੋਧੀ ਨੂੰ ਹਰਾ ਜਾਏਗਾ, ਲੁੱਟ ਮਾਰ ਕਰਕੇ ਵਾਪਸ ਚਲਾ ਜਾਏਗਾ। ਕਿਉਂਕਿ ਉਸ ਨੂੰ ਇਹ ਸੀ ਵੀ ਕਾਬਲ ਠੰਡਾ ਇਲਾਕਾ ਹੈ ਤਾਂ ਠੰਡੇ ਇਲਾਕੇ ਦਾ ਬਾਦਸ਼ਾਹ ਇੱਧਰ ਭਾਰਤ ਦੇ ਗਰਮ ਅਤੇ ਤਰ ਜਲਵਾਯੂ ਵਿੱਚ ਕਿਵੇਂ ਰਹੇਗਾ। ਪਰ ਬਾਬਰ ਨੇ ਦਿੱਲੀ ਅਤੇ ਆਗਰੇ 'ਤੇ ਕਬਜ਼ਾ ਕਰ ਲਿਆ। ਬਾਬਰ ਦੁਆਰਾ ਅਜਿਹਾ ਕਰਨ ਕਰਕੇ ਰਾਣਾ ਸਾਂਗਾ ਬਾਬਰ ਦੇ ਨਾਲ ਨਾਰਾਜ਼ ਹੋ ਗਿਆ। ਉਸਨੇ ਬਾਬਰ ਦੇ ਵਿਰੁੱਧ ਇੱਕ ਵਿਸ਼ਾਲ ਸੈਨਾ ਭੇਜੀ। ਬਾਬਰ ਨੇ ਰਾਣਾ ਸਾਂਗਾ ਨੂੰ, ਮੇਵਾੜ ਦਾ ਸ਼ਾਸਕ ਰਾਣਾ ਸਾਂਗਾ ਨੂੰ 1527 ਈਸਵੀ ਵਿੱਚ ਕਾਨਵਾ ਜਾਂ ਖਨੂਆ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਉੱਤਰੀ ਭਾਰਤ 'ਤੇ ਅਧਿਕਾਰ ਕਰ ਲਿਆ, ਭਾਵ ਉਸ ਦਾ ਕੋਈ ਵੀ ਉੱਤਰੀ ਭਾਰਤ ਵਿੱਚ ਵਿਰੋਧੀ ਨਾ ਰਿਹਾ ਉਸ ਦੇ ਬਰਾਬਰ ਦਾ। ਉਸ ਨੇ 1528 ਵਿੱਚ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ ਬੁਰੀ ਤਰ੍ਹਾਂ ਹਰਾਇਆ। ਜਿਹੜੀ ਸ਼ਕਤੀ ਰਾਜਪੂਤਾਂ ਦੀ ਬਚ ਗਈ ਸੀ ਅਤੇ ਰਾਣਾ ਸਾਂਗਾ ਤੋਂ ਬਾਅਦ ਤਾਂ ਉਹਦੀ ਅਗਵਾਈ ਕਰ ਰਿਹਾ ਸੀ ਮੇਦਨੀ ਰਾਓ। ਤਾਂ ਮੇਦਨੀ ਰਾਓ ਦੀ ਅਗਵਾਈ ਵਾਲੀ ਰਾਜਪੂਤਾਂ ਨੂੰ ਉਸਨੇ ਬੁਰੀ ਤਰ੍ਹਾਂ ਹਰਾਇਆ। ਲੜਾਈ ਹੋਈ ਸੀਗੀ ਚੰਦੇਰੀ ਦੀ ਤਾਂ ਰਾਜਪੂਤ ਅਗਵਾਈ ਕਰ ਰਿਹਾ ਸੀਗਾ ਮੇਦਨੀ ਰਾਓ। ਠੀਕ ਹੈ ਜੀ, ਜਿਹੜੇ ਚੰਦਰੇ ਰਾਜਪੂਤ ਬਚ ਗਏ ਸੀ ਉਹਨਾਂ ਨਾਲ। ਤਾਂ 1539 ਈਸਵੀ ਵਿੱਚ ਬਾਬਰ ਨੇ ਅਫਗਾਨਾਂ ਨੂੰ, ਦੇਖੋ ਜੋ ਇਬਰਾਹਿਮ ਲੋਧੀ ਸੀ ਉਹ ਅਫਗਾਨ ਸੀ, ਪਹਿਲਾਂ ਅਫਗਾਨਾਂ ਨੂੰ ਹਰਾਇਆ, ਫਿਰ ਹਰਾਇਆ ਰਾਜਪੂਤ ਰਾਣਾ ਸਾਂਗਾ ਨੂੰ। ਠੀਕ ਆ, ਤਾਂ ਜੋ ਲੜਾਈ ਹੋਈ ਸੀ ਪਾਣੀਪਤ ਦੀ ਉਹਦੇ ਵਿੱਚ ਅਫਗਾਨ ਤਾਂ ਬੁਰੀ ਤਰ੍ਹਾਂ ਹਾਰ ਗਏ ਸੀ। ਇੱਕ ਵਾਰ ਉਹਨਾਂ ਦਾ ਹੌਸਲਾ ਨਹੀਂ ਪਿਆ ਸੀ। ਤਾਂ ਤੀਜੀ ਵਾਰੀ ਜੋ ਰਾਜਪੂਤ ਬਚ ਗਏ ਸੀ, ਰਾਜਪੂਤਾਂ ਦੀ ਅਗਵਾਈ ਕਰ ਰਿਹਾ ਸੀ ਮੇਦਨੀ ਰਾਓ, ਉਹਨੂੰ ਹਰਾਇਆ ਸੀ। ਲੜਾਈ ਹੋਈ ਸੀ ਉਹ ਚੰਦੇਰੀ ਦੀ।
ਠੀਕ ਹੈ ਜੀ। ਫਿਰ 1529 ਵਿੱਚ ਬਾਬਰ ਨੇ ਅਫਗਾਨਾਂ ਨੂੰ ਗਾਗਰਾ ਦੀ ਲੜਾਈ ਵਿੱਚ ਹਰਾਇਆ। 1530 ਵਿੱਚ ਬਾਬਰ ਦੀ ਮੌਤ ਹੋ ਗਈ ਅਤੇ ਉਸ ਦਾ ਪੁੱਤਰ ਹਿਮਾਯੂ ਉਸ ਦਾ ਉੱਤਰਾਧਿਕਾਰੀ ਨਿਯੁਕਤ ਹੋਇਆ। ਇਹ ਬਾਬਰ ਦੇ ਸੰਬੰਧੀ ਬਾਬਰ ਦਾ ਮਕਬਰਾ ਕਾਬਲ ਵਿੱਚ ਹੈ। ਅਤੇ ਬਾਬਰ ਨੇ ਆਪਣੀ ਆਤਮ ਕਥਾ ਤੁਰਕੀ ਭਾਸ਼ਾ ਵਿੱਚ ਲਿਖੀ ਸੀ, ਬਾਬਰਨਾਮਾ। ਠੀਕ ਹੈ ਜੀ। ਅਤੇ ਜੋ ਉਸ ਦੀ ਆਤਮ ਕਥਾ ਗਈ ਬਾਬਰਨਾਮਾ ਤੁਰਕੀ ਭਾਸ਼ਾ 'ਚ, ਉਹਦਾ ਫਾਰਸੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀਗਾ ਅਬਦੁਲ ਰਹੀਮ ਖਾਨ ਖਾਨਾ ਨੇ। ਫਾਰਸੀ ਭਾਸ਼ਾ ਵਿੱਚ ਉਹਦਾ ਅਨੁਵਾਦ ਕੀਤਾ ਸੀਗਾ ਅਬਦੁਲ ਰਹੀਮ ਖਾਨ ਖਾਨਾ ਨੇ। ਅਤੇ ਜਿਹੜੀ ਬਾਬਰ ਦੀ ਯੁੱਧ ਨੀਤੀ ਸੀ ਉਹ ਸੀ ਤੁਲਗਮਾ। ਅਸੀਂ ਜਦੋਂ ਪੰਜਾਬ ਦਾ ਇਤਿਹਾਸ ਕਰਾਂਗੇ ਉਹਦੇ ਵਿੱਚ ਪੂਰਾ ਆ ਜਾਊਗਾ, ਉਦੋਂ ਦੇਖਾਂਗੇ ਤੁਲਗਮਾ ਨੀਤੀ ਕੀ ਸੀ। ਅਤੇ ਜੋ ਲੜਾਈ ਹੋਈ ਸੀ ਪਾਣੀਪਤ ਦੀ ਪਹਿਲੀ, ਤਾਂ ਉਹਦੇ ਵਿੱਚ ਬਾਬਰ ਨੇ ਤੁਲਗਮਾ ਨੀਤੀ ਨੂੰ ਅਪਣਾਇਆ ਸੀ। ਅਤੇ ਜਿਹੜੀਆਂ ਬਾਬਰ ਦੀਆਂ ਚਾਰ ਲੜਾਈਆਂ ਨੇ 1526, 27, 28, 29, ਇਹਨਾਂ ਨੂੰ ਯਾਦ ਕਰਨਾ ਤਾਂ ਤਰੀਕਾ ਕੀ ਆ, ਪਾਣੀ ਪੀ ਕੇ। ਪਾਣੀ ਤੋਂ ਬਣ ਗਿਆ ਪਾਣੀਪਤ 1526 ਇਬਰਾਹਿਮ ਲੋਧੀ ਨਾਲ ਜਿੱਤ ਕੀ। ਜਿਹੜੀਆਂ ਚਾਰੇ ਲੜਾਈਆਂ ਹੋਈਆਂ ਜਿੱਤ ਹੋਈ ਸੀ ਬਾਬਰ ਦੀ। ਖਾਣਾ ਖਾ ਕੇ ਖਣੂਆ ਰਾਣਾ ਸਾਂਗਾ ਨਾਲ, ਖਾਣਾ ਰਾਣਾ। ਠੀਕ ਆ ਜੀ। ਖਾ ਕੇ ਚੰਦਰੀ ਹੋਗਾ ਚੰਦੇਰੀ, ਇਹ ਵੀ ਰਾਜਪੂਤ ਸੀ, ਅਗਵਾਈ ਕਰ ਰਿਹਾ ਸੀ ਮੇਦਨੀ ਰਾਓ। ਪਾਣੀ ਪੀ ਕੇ ਖਾਣਾ ਖਾ ਕੇ ਚੰਦਰੀ ਚੱਲੀ ਘੱਗਰਾ ਪਾ ਕੇ, ਘੱਗਰੇ ਤੋਂ ਬਣ ਗਿਆ ਗਾਗਰਾ ਵਿੱਚ ਕਿਹਨੂੰ ਹਰਾਇਆ ਸੀ ਇਸਨੇ? ਅਫਗਾਨਾਂ ਨੂੰ। ਇਹ ਬਾਬਰ ਦੀਆਂ 4 ਲੜਾਈਆਂ ਨੂੰ ਯਾਦ ਕਰਨ ਦਾ ਇੱਕ ਸੌਖਾ ਜਿਹਾ ਤਰੀਕਾ। ਪਾਣੀ ਪੀ ਕੇ, ਪਾਣੀ ਤੋਂ ਬਣ ਗਿਆ ਪਾਣੀਪਤ, ਖਾਣਾ ਖਾ ਕੇ ਖਣੂਆ, ਚੰਦਰੀ ਤੋਂ ਬਣ ਗਿਆ ਚੰਦੇਰੀ, ਘੱਗਰਾ ਤੋਂ ਬਣ ਗਿਆ ਗਾਗਰਾ। ਇਹ ਬਾਬਰ ਦੇ ਬਾਰੇ ਸੀਗਾ। ਇਸ ਤੋਂ ਅੱਗੇ ਅਸੀਂ ਕਰਾਂਗੇ